ਦੂਜੇ ਕੁ ਦਿਨ ਜਿਹੜਾ ਬੰਦਾ ਮਰਦ ਧਮਕੀਆਂ ਲਾਉਣ ਡਿਆ ਹੁੰਦਾ, ਆਪਣੇ ਇਖਤਿਆਰਾਤ ਦਾ ਗਲਤ ਇਸਤੇਮਾਲ ਕਰਦਾ ਹੋਇਆ ਪਾਇਆ ਜਾਂਦਾ ਮਰਦ। ਉਹੋ ਹੀ ਮਰਦ ਜਿਹੜਾ ਆਪਣੀ ਪਸੰਦ ਦੀ ਬੁੱਢੀ ਲਿਆਵੇ ਨਾ ਤੇ ਉਹਦੇ ਗਾੜੀ ਬੋਲ ਨਹੀਂ ਸਕਦਾ, ਉਹਦੇ ਕੋਲ ਇੰਨਾ ਜ਼ਲੀਲ ਹੋਏਗਾ, ਖਰਚਾ ਵੀ ਵੱਧ ਕੇ ਕਰੇਗਾ ਔਕਾਤ ਤੋਂ, ਤੇ ਉਹਦੇ ਕੋਲ ਜ਼ਲੀਲ ਵੀ ਹੋਏਗਾ, ਰਿਸ਼ਤੇਦਾਰਾਂ ਕੋਲ ਵੀ ਉਹਦੀ ਵਜ੍ਹਾ ਤੋਂ ਜ਼ਲੀਲ ਹੋਏਗਾ ਤੇ ਉੱਥੇ ਬੋਲ ਵੀ ਨਹੀਂ ਸਕੇਗਾ। ਲੇਕਿਨ ਜਦੋਂ ਆਪਦੇ ਘਰਦਿਆਂ ਨੇ ਲੈ ਆਉਣੀ ਆ ਜਾਂ ਕਿਸੇ ਹੋਰ ਵਜ੍ਹਾ ਤੋਂ ਲੈ ਆਉਣੀ ਜਿਹੜੀ ਕਿ ਬੀਵੀ ਨੂੰ ਪਸੰਦ ਨਹੀਂ ਹੋਣੀ, ਤੇ ਫਿਰ ਉਹਦੇ 'ਤੇ ਉਹਨੇ ਚੜ੍ਹ ਕੇ ਨੱਚਣਾ। ਫਿਰ ਉਹਨੇ ਉਸ ਔਰਤ ਦੇ ਉੱਤੇ ਇਸ ਤਰ੍ਹਾਂ ਹਕੂਮਤ ਕਰਨੀ ਆ ਕਿ ਜਿਸ ਤਰ੍ਹਾਂ ਮੈਂ ਖਰੀਦ ਕੇ ਲਿਆਂਦਾ ਤੇ ਤੂੰ ਮੇਰੀ ਗੁਲਾਮ ਆ, ਤੇ ਮੈਂ ਜਿਹੜੇ 4 ਟਕੇ ਆਪਣੀ ਔਕਾਤ ਤੋਂ ਬਾਹਰ ਹੋ ਕੇ ਲਾਏ ਸੀ ਨਾ, ਉਹਦੀ ਤੂੰ ਭਰਪਾਈ ਸਾਰੀ ਜ਼ਿੰਦਗੀ ਨਹੀਂ ਕਰ ਸਕਦੀ। ਤੇ ਪਹਿਲੇ ਦਿਨ ਹੀ ਉਹ ਆਪਣੀ ਔਕਾਤ ਦੱਸ ਦਿੰਦਾ। ਸਾਰੀ ਉਮਰ ਕੱਢਣੀ ਤੇ ਬਾਅਦ ਦੀ ਗੱਲ ਹੁੰਦੀ ਹੈ। ਇਹ ਮਰਦ ਦੀ ਫਿਤਰਤ ਆ, ਹਮੇਸ਼ਾ ਇਸ ਤਰ੍ਹਾਂ ਹੀ ਕਰਦਾ। ਤੇ ਜਿਹੜੀਆਂ ਬੁੜੀਆਂ ਆਈਆਂ ਹੁੰਦੀਆਂ ਨੇ ਉਹਨਾਂ ਨੂੰ ਪਹਿਲਾਂ ਹੀ ਦਿਨ ਪਤਾ ਲੱਗ ਜਾਂਦਾ ਕਿ ਇਸ ਮਰਦ ਦੀ ਔਕਾਤ ਕੀ ਹੈ, ਇਹਨੂੰ ਮੈਂ ਕਿੱਥੇ ਰੱਖਣਾ, ਕਿਹੜੇ ਦਾਇਰਾ ਕਾਰ 'ਚ ਮੈਂ ਇਹਨੂੰ ਰੱਖਣਾ ਤਾਂ ਕਿ ਇਹ ਉੱਥੇ ਰਹਿ ਸਕੇ ਤੇ ਮੈਂ ਵੀ ਆਪਣੀ ਜ਼ਿੰਦਗੀ 'ਚ ਕੋਈ 4 ਦਿਨ ਸਕੂਨ ਦੇ ਕੱਢ ਲਾਂ। ਉਹ ਫਿਰ ਕਦੀ ਆਪਣੀ ਬੀਵੀ ਜਿਹੜੀ ਆ ਤੁਹਾਡੇ ਨਾਲ ਕਦੀ ਦੁੱਖ ਸੁੱਖ ਸ਼ੇਅਰ ਨਹੀਂ ਕਰੇਗੀ। ਯਾਦ ਰੱਖੋ ਕਿ ਕਦੀ ਉਹ ਔਰਤ ਨਾ ਆਪਣਾ ਦੁੱਖ ਦੱਸੇਗੀ ਤੁਹਾਨੂੰ, ਨਾ ਆਪਣੀਆਂ ਖੁਸ਼ੀਆਂ ਦੱਸੇਗੀ। ਨਾ ਉਹ ਦੱਸੇਗੀ ਕਿ ਮੈਨੂੰ ਕੋਈ ਬਿਮਾਰੀ ਆ, ਨਾ ਉਹ ਦੱਸੇਗੀ ਕਿ ਮੈਨੂੰ ਕੀ ਮਸਲਾ, ਜਾਂ ਮੈਨੂੰ ਕੱਪੜੇ ਚਾਹੀਦੇ ਨੇ, ਮੈਨੂੰ ਕੱਪੜੇ ਲੈ ਦੇ ਜਿਹਦੇ ਲੜ ਲੱਗੀ ਆ ਮੈਂ, ਜਾਂ ਮੇਰੀ ਫਲਾਣੀ ਜ਼ਰੂਰਤ ਆ। ਉਹ ਇੰਤਹਾਈ ਘੱਟ ਤੋਂ ਘੱਟ ਜ਼ਰੂਰਤ ਕਰ ਲੇਗੀ, ਲੇਕਿਨ ਉਹਦੇ ਮੱਥੇ ਨਹੀਂ ਲੱਗੇਗੀ। ਆਪਣੀ ਕੋਈ ਵੀ ਮਸਲਾ ਲੈ ਕੇ ਉਹ ਉਹਨੂੰ ਅਲੱਗ ਕਰ ਦੇਗੀ ਆਪਣੀ ਜ਼ਿੰਦਗੀ ਦੇ ਉਸ ਹਿੱਸਿਆਂ 'ਚੋਂ ਜਿਹਦੇ ਵਿੱਚ ਉਹਦੀ ਗਮੀ ਅਤੇ ਖੁਸ਼ੀ ਵਿੱਚ ਕੋਈ ਨਾ ਕੋਈ ਸਾਥੀ ਚਾਹੀਦਾ ਹੁੰਦਾ। ਉਹ ਉਹਨੂੰ ਉਹਦੇ ਤੋਂ ਅਲੱਗ ਕਰ ਦੇਗੀ ਅਤੇ ਫਿਰ ਬੰਦਾ ਸਮਝੇਗਾ ਕਿ ਹੁਣ ਬਿਲਕੁਲ ਠੀਕ ਹੋ ਗਿਆ, ਹੁਣ ਬਿਲਕੁਲ ਠੀਕ ਹੋ ਗਿਆ। ਇਹ ਤਾਂ ਕੁਛ ਵੀ ਕਹਿੰਦੀ ਨਹੀਂ, ਇਹਦੀ ਤਾਂ ਕੋਈ ਖਵਾਹਿਸ਼ ਹੀ ਨਹੀਂ ਹੈ, ਜਾਂ ਇਹ ਨਹੀਂ ਕਹਿੰਦੀ ਜਾਂ ਇਹ ਨਹੀਂ ਦੱਸਦੀ, ਸਭ ਕੁਛ ਆਪੇ ਹੀ ਮੈਨੇਜ ਕਰਦੀ ਆ। ਹੁਣ ਬਿਲਕੁਲ ਠੀਕ ਹੋ ਗਿਆ, ਇਹ ਹੁਣ ਮੇਰੇ ਹੱਥ ਥੱਲੇ ਆ। ਅਤੇ ਉਹਨੂੰ ਇਹ ਨਹੀਂ ਪਤਾ ਹੁੰਦਾ ਕਿ ਤੇਰੇ ਹੱਥ ਥੱਲੇ ਨਹੀਂ ਪੁੱਤਰ ਆਈ, ਇਹਨੇ ਤੈਨੂੰ ਆਪਣੇ ਹੱਥ ਥੱਲੇ ਕਰ ਲਿਆ। ਇਹਨੇ ਆਪਣੇ ਉਸ ਜ਼ਿੰਦਗੀ ਦੇ ਹਿੱਸੇ 'ਚੋਂ ਤੈਨੂੰ ਕੱਢ ਦਿੱਤਾ ਜਿਹਦੇ 'ਚ ਤੂੰ ਥੋੜ੍ਹਾ ਜਿਹਾ ਅੱਗੇ ਜਾਣਾ ਬੁਢਾਪੇ ਵੱਲ, ਅਤੇ ਤੈਨੂੰ ਦਿਸਣ ਲੱਗ ਪਣਾ ਕਿ ਉਹ ਹਿੱਸਾ ਤਾਂ ਬਹੁਤ ਜ਼ਰੂਰੀ ਸੀ ਜ਼ਿੰਦਗੀ 'ਚ। ਫਿਰ ਤੈਨੂੰ ਐਸੀਆਂ ਭੇਂ ਚਪੇੜਾ ਮਾਰੇਗੀ, ਐਸੇ ਲਿੱਤਰ ਮਾਰੇਗੀ, ਅਤੇ ਫਿਰ ਤੈਨੂੰ ਯਾਦ ਆਏਗਾ ਕਿ ਯਾਰ ਮੈਂ ਕਿੱਥੇ ਕਿਹੜੀਆਂ ਗਲਤੀਆਂ ਕੀਤੀਆਂ। ਅਤੇ ਇਹ ਹਰ ਉਸ ਸ਼ਖਸ ਨਾਲ ਹੁੰਦਾ, ਹਰ ਉਸ ਇਨਸਾਨ ਨਾਲ ਹੁੰਦਾ ਜਿਹੜਾ ਕਿ ਪਹਿਲੋਂ ਬੜੀ ਫੂੰਫਾਂ ਕਰਦਾ, ਬਾਅਦ 'ਚੋਂ ਉਹ ਟਕੇ ਦਾ ਨਹੀਂ ਰਹਿੰਦਾ। ਉਹ ਫਿਰ ਇੱਕ ਅਰਸਾ ਗੁਜ਼ਰ ਜਾਣ ਤੋਂ ਬਾਅਦ ਫਿਰ ਉਹ ਪਿੱਛੇ ਮੁੜ ਕੇ ਨਹੀਂ ਵੇਖਦੇ। ਉਹ ਕਹਿੰਦੀ ਮਰ ਗਏ ਸਭ ਮਾਰ ਦਿੰਦੀ ਹੈ ਜਦੋਂ ਆਪਣੇ ਅੰਦਰ ਹੀ ਅੰਦਰ ਕਬਰਾਂ ਬਣਾ ਲੈਂਦੀ ਹੈ। ਫਿਰ ਬੰਦੇ ਨੂੰ ਜਦੋਂ ਜਾਗ ਆਉਂਦੀ, ਅੱਖਾਂ ਖੋਲ੍ਹਦੀਆਂ, ਫਿਰ ਉਹਨੂੰ ਪਤਾ ਲੱਗਦਾ ਕਿ ਇੱਥੇ ਸਿਵਾਏ ਕਬਰਸਤਾਨ ਤੋਂ ਕੁਛ ਨਹੀਂ, ਮੇਰੀ ਹੁਣ ਇੱਥੇ ਸੁਣਵਾਈ ਨਹੀਂ ਹੋਣੀ। ਫਿਰ ਉਹਨੂੰ ਵੀ ਆਪਣੇ ਆਪ ਵਿੱਚ ਮਰਨਾ ਪੈਂਦਾ। ਠੀਕ ਆ, ਜੇ ਤੁਹਾਨੂੰ ਗੱਲ ਸਮਝ 'ਚ ਆਈ ਹੋਏ ਤਾਂ ਜ਼ਰੂਰ ਕਮੈਂਟ ਕਰਿਓ ਅਤੇ ਲਾਈਕ ਕਰ ਦਿਓ, ਸਬਸਕ੍ਰਾਈਬ ਕਰ ਦਿਓ। ਅੱਲਾ ਹਾਫਿਜ਼।